ਵਾਹਿਗੁਰੂ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰਾ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਗੁਰ ਰਾਮਦਾਸ ਗੁਣ ਗਾਉ ਗੁਰ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਗੁਰ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾ ਬਾਵੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓਂਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਏਕ ਓਂਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ
ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਦੋਹਰਾ ਬਾਵਨ ਚੰਦਨ ਸਤਿਗੁਰੂ ਹੋਵੈ ਜਿਨ ਬਨ ਦੇਸ਼। ਮਲੈ ਕਰਤ ਤਰਵਰ ਕੋ ਤਿਉ ਨਰ ਭਗਤ ਅਸ਼ੇਸ਼। ਪਰਮ ਸਨਮਾਨਯੋਗ ਸਤਿਗੁਰੂ ਚੌਹਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰ ਜਹੂਰ ਸ਼ਬਦ ਗੁਰੂ ਜੁਗੋਂ ਜੋਗਾ ਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਪਾਵਨ ਚੰਦਨ ਸਤਿਗੁਰੂ ਹੋਵੈ ਜਿਨ ਬਨ ਦੇਸ਼। ਮਲੈ ਕਰਤ ਤਰਵਰ ਕੋ ਤਿਉ ਨਰ ਭਗਤ ਅਸ਼ੇਸ਼। ਕਵਿਰਾਜ ਕਵੀ ਸੰਤੋਖ ਸਿੰਘ ਜੀ ਅਗਲਾ ਅਧਿਆਇ ਨੰਬਰ 67 ਸ਼ੁਰੂ ਕਰਦਿਆਂ ਹੋਏ ਲਿਖਦੇ ਨੇ ਕਿ ਜਿਵੇਂ ਪਿਛਲੇ ਅਧਿਆਇ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਭਾਈ ਪਾਰੂ ਜੁਲਕਾ ਜੀ ਉਹ ਸਰੀਰ ਨੂੰ ਛੱਡ ਕੇ ਪਰਲੋਕ ਚਲੇ ਗਏ। ਔਰ ਜਿਵੇਂ ਭਾਈ ਮੋਰੀ ਜੀ ਭਾਈ ਪਾਰੂ ਜੁਲਕਾ ਦੇ ਪਿੰਡ ਡੱਲੇ ਪਹੁੰਚੇ, ਉੱਥੋਂ ਵਾਪਸ ਆ ਕੇ ਗੁਰੂ ਸਾਹਿਬ ਨੂੰ ਸਾਰੀ ਖਬਰ ਸਭ ਸੁਣਾਈ। ਉਹ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਸੀ। ਅੱਗੋਂ ਨਵਾਂ ਅਧਿਆਇ ਸ਼ੁਰੂ ਕਰਦੇ ਲਿਖਦੇ ਨੇ ਕਿ ਬਾਵਨ ਚੰਦਨ ਸਤਿਗੁਰੂ ਹੋਵੇਂ ਜਿਨ ਬਨ ਦੇਸ਼। ਕਿ ਮੇਰੇ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਉਸ ਬਾਵਨ ਚੰਦਨ ਦੀ ਤਰ੍ਹਾਂ ਨੇ। ਬਾਵਨ ਚੰਦਨ ਉਹ ਕਿ ਜੰਗਲ ਵਿੱਚ ਕਿਤੇ ਵੀ ਪੈਦਾ ਹੋਵੇ ਤੇ ਜਿਹੜੇ ਰੁੱਖ ਕਿਸੇ ਕੰਮ ਦੇ ਨਹੀਂ, ਜਿਹਨੂੰ ਭਗਤ ਕਬੀਰ ਜੀ ਢਾਕ ਪਲਾਸ ਵੀ ਲਿਖਦੇ ਨੇ, ਸ਼ਿਸ਼ਰੇ ਦਾ ਰੁੱਖ, ਉਹਨਾਂ ਦੇ ਵਿੱਚ ਵੀ ਸੁਗੰਧ ਭਰ ਦਿੰਦੇ ਨੇ। ਭਾਵੇਂ ਪਾਵਨ ਚੰਦਨ ਕੋਲ ਇਹ ਸਮਰੱਥਾ ਨਹੀਂ ਕਿ ਉਹ ਵਾਸ ਦੇ ਵਿੱਚ ਸੁਗੰਧ ਭਰੇ, ਪਰ ਕਹਿੰਦੇ ਮੇਰੇ ਗੁਰੂ ਜੀ ਐਸੀ ਕਿਰਪਾ ਦੇ ਕਾਰਨ ਨੇ ਉਹਨਾਂ ਦੇ ਚਰਨਾਂ ਵਿੱਚ ਜੇ ਕੋਈ ਬਾਂਸ ਵਰਗਾ ਵੀ ਆ ਜਾਏ ਨਾ, ਉਹਨਾਂ ਦੇ ਵਿੱਚ ਵੀ ਭਗਤੀ ਦੀ ਸੁਗੰਧ ਭਰਦੇ ਨੇ। ਗੋਬਿੰਦਵਾਲ ਬਸੇ ਇੱਕ ਥਾਨ ਸਗਲ ਦੇਸ਼ ਪੀ ਭਗਤ ਮਹਾਨ। ਕਹਿੰਦੇ ਜਿਵੇਂ ਇੱਕ ਚੰਦਨ ਦਾ ਰੁੱਖ ਜਿਹੜਾ ਜੰਗਲ ਦੇ ਵਿੱਚ ਸਾਰੇ ਬੂਟੇ 'ਚ ਸੁਗੰਧ ਭਰਦੇ, ਇਸੇ ਤਰ੍ਹਾਂ ਧੰਨ ਗੁਰੂ ਅਮਰਦਾਸ ਜੀ ਭਾਵੇਂ ਇੱਕ ਥਾਂ ਤੇ ਗੋਬਿੰਦਵਾਲ ਸਾਹਿਬ ਵਿੱਚ ਵਸਦੇ ਨੇ, ਪਰ ਸਗਲ ਦੇਸ਼ ਕੀ ਭਗਤ ਮਹਾਨ, ਸਾਰੇ ਦੇਸ਼ ਵਿੱਚ ਉਹਨਾਂ ਨੇ, ਦੇਸ਼ ਪ੍ਰਦੇਸ਼ ਦੇ ਵਿੱਚ ਉਹਨਾਂ ਨੇ ਭਗਤੀ ਪ੍ਰਗਟ ਕੀਤੀ ਹੋਈ ਸੀ। ਜਹ ਕਹਤੇ ਸੁਣਕਾਰ ਜਗਿਆਸੀ, ਆਨੰਦ ਧਾਰ ਬਸੇ ਗੁਰ ਪਾਸੇ। ਜਿੱਥੋਂ ਕਿਤੋਂ ਜਗਿਆਸੂ ਸੁਣਦੇ ਸਨ ਉਹ ਧੰਨ ਗੁਰੂ ਅਮਰਦਾਸ ਦੇ ਚਰਨਾਂ ਦੇ ਵਿੱਚ ਆ ਕੇ ਵਸ ਜਾਂਦੇ ਸਨ। ਹੁਣ ਚਾਰ ਪਦਾਰਥ ਠਾਂਡੇ ਦੁਆਰੇ, ਦੇਦ ਜਨਮ ਕੋ ਖੁੱਲੇ ਭੰਡਾਰੇ। ਉਹ ਧੰਨ ਗੁਰੂ ਅਮਰਦਾਸ ਜੀ ਜਿਨ੍ਹਾਂ ਦੇ ਦੁਆਰ ਤੇ, ਜਿਨ੍ਹਾਂ ਦੇ ਚਰਨਾਂ ਦੇ ਵਿੱਚ ਚਾਰ ਪਦਾਰਥ ਹਰ ਵੇਲੇ ਹੱਥ ਜੋੜ ਕੇ ਖੜੇ ਰਹਿੰਦੇ ਸਨ, ਉਹ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਚਾਰੇ ਪਦਾਰਥਾਂ ਦੇ ਸਾਰੇ ਖੁੱਲੇ ਗੱਫੇ ਸੰਗਤਾਂ ਵਿੱਚ ਵੰਡਦੇ ਨੇ। ਜਮ ਚਿਤ ਚਿਤਵੇ ਗੁਰੂ ਕਿਰਪਾਲ, ਸੋ ਬਿਦ ਬਣੇ ਆਣ ਤਤਕਾਲ।
ਸਤਿਗੁਰੂ ਧੰਨ ਗੁਰੂ ਅਮਰਦਾਸ ਜਿਵੇਂ ਦੇ ਵੀ ਚਿਤਵਨੀ ਚਿਤਵਦੇ ਨੇ, ਜਿਵੇਂ ਦੇ ਵਿਚਾਰ ਕਰਦੇ ਨੇ, ਕਹਿੰਦੇ ਤਤਕਾਲ ਉਸੇ ਵੇਲੇ ਉਹ ਕੰਮ ਉਸੇ ਤਰ੍ਹਾਂ ਬਣ ਜਾਂਦਾ ਹੈ। ਇੱਕ ਦਿਨ ਮੱਜਣ ਕਰ ਗੁਰ ਥਿਰੇ, ਭਾਨੀ ਆਏ ਦਰਸ ਕੋ ਕਰੇ। ਕਹਿੰਦੇ ਇੱਕ ਦਿਨ ਧੰਨ ਗੁਰੂ ਅਮਰਦਾਸ ਜੀ ਨੇ ਇਸ਼ਨਾਨ ਕੀਤਾ। ਇਸ਼ਨਾਨ ਪਾਣ ਕਰਨ ਤੋਂ ਬਾਅਦ ਅਡੋਲ ਆਪਣੇ ਆਸਣ ਤੇ ਆ ਕੇ ਬੈਠ ਗਏ। ਤੇ ਬੀਬੀ ਭਾਨੀ ਜੀ ਨਿਤ ਦੀ ਤਰ੍ਹਾਂ ਹਰ ਰੋਜ਼ ਉਹ ਵੀ ਇਸ਼ਨਾਨ ਪਾਣ ਕਰਨ ਤੋਂ ਬਾਅਦ ਗੁਰੂ ਪਿਤਾ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਸਨ। ਹੁਣ ਬੀਬੀ ਭਾਨੀ ਜੀ ਦਰਸ਼ਨ ਕਰਨ ਆਏ ਨੇ। ਪੇਖਤ ਨੂੰ ਜਾ ਪਾਰ ਪਰਮ ਕਿਰਪਾਲ, ਸ੍ਰੀ ਮੁਖ ਤੇ ਬੋਲੇ ਤਿਸ ਕਾਲ। ਜਦੋਂ ਧੰਨ ਗੁਰੂ ਅਮਰਦਾਸ ਜੀ ਨੇ ਆਪਣੀ ਪੁੱਤਰੀ, ਆਪਣੀ ਧੀ ਬੀਬੀ ਭਾਨੀ ਜੀ ਨੂੰ ਦੇਖਿਆ ਤੇ ਕਿਰਪਾਲੂ ਸਤਿਗੁਰੂ ਜੀ ਨੇ ਫਿਰ ਬਚਨ ਕਹੇ, ਕਹਿਣ ਲੱਗੇ, ਧੀਏ ਰਾਮਦਾਸ ਆਪ ਤਨ ਪਰ ਹਰੈ, ਕਹੋ ਪੁੱਤਰੀ ਕਿਆ ਤਬ ਤੂੰ ਕਰੈ। ਸਵਾਲ ਕੀਤਾ, ਔਰ ਇਵੇਂ ਦਾ ਸਵਾਲ ਜੇ ਕੋਈ ਪਿਓ ਜਾਣਦਾ ਵੀ ਹੋਵੇ, ਸੰਸਾਰਿਕ ਪਿਓ ਹੋਵੇ ਤੇ ਸ਼ਾਇਦ ਉਹ ਕਰ ਹੀ ਨਾ ਸਕੇ, ਸ਼ਾਇਦ ਕਿ ਕਰ ਹੀ ਨਹੀਂ ਸਕਦਾ। ਪਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ, ਧੀਏ ਕਿ ਜੇ ਤੇਰਾ ਪਤੀ ਚੜ੍ਹਾਈ ਕਰ ਜੇ, ਸਰੀਰ ਛੱਡ ਜੇ, ਤੇ ਧੀਏ ਫਿਰ ਤੂੰ ਭਲਾ ਕੀ ਕਰੇਂਗੀ। ਛਿਨ ਭੰਗਰ ਸਭ ਅਹੈ ਸਰੀਰ, ਬਿਨ ਸੁਖ ਤੁਰਤ ਨਾ ਕਰਹਿ ਧੀਰ। ਨਾਲ ਹੀ ਸਤਿਗੁਰੂ ਜੀ ਸਮਝਾ ਵੀ ਦਿੰਦੇ ਨੇ ਕਿ ਧੀਏ ਇਕੱਲੇ ਰਾਮਦਾਸ ਜੀ ਦੀ ਗੱਲ ਨਹੀਂ, ਸਰੀਰ ਛਿਨ ਭੰਗਰ ਹੀ ਹੈ। ਕੋਈ ਪਤਾ ਨਹੀਂ ਲੱਗਦਾ ਕਦੋਂ ਬਿਨ ਸੁਖ ਤੁਰਤ ਨਾ ਕਰਹਿ ਧੀਰ। ਇਹ ਤਾਂ ਪਾਣੀ ਦੇ ਬੁਲਬੁਲੇ ਦੀ ਤਰ੍ਹਾਂ ਹੈ, ਇਹਦੇ ਨਾਸ ਹੁੰਦਿਆਂ ਬਿਨ ਸਦਿਆਂ ਕੋਈ ਸਮਾਂ ਥੋੜ੍ਹੀ ਲੱਗਦਾ ਹੈ। ਭਾਨੀ ਮਹਾ ਚਤੁਰ ਸਭ ਜਾਨੀ, ਹੋਤ ਨ ਕਬਹੂ ਕੂਰ ਪਿਤ ਬਾਨੀ। ਔਰ ਬੀਬੀ ਭਾਨੀ ਜੀ ਜਿੱਥੇ ਸਰਦਾ ਰੱਖਦੇ ਸਨ, ਭਰੋਸਾ ਰੱਖਦੇ ਸਨ, ਉੱਥੇ ਸਿਆਣੇ ਵੀ ਬੜੇ ਸਨ। ਇਹ ਗੱਲ ਤੇ ਤੁਰਤ ਉਸੇ ਵੇਲੇ ਸਮਝ ਗਏ, ਜੇ ਗੁਰੂ ਪਿਤਾ ਨੇ ਇਹ ਗੱਲ ਕਹੀ ਹੈ ਕਿ ਜੇ ਪਤੀ ਸਰੀਰ ਛੱਡ ਜਾਣ ਤੇ ਕੀ ਕਰੇਂਗੇ, ਇਹਦਾ ਮਤਲਬ ਇਹ ਕੁਛ ਹੋਣ ਵਾਲਾ ਹੈ। ਗੁਰੂ ਪਿਤਾ ਨੇ ਜੋ ਵੀ ਬੋਲ ਭਾਵੇਂ ਸਹਿ ਸੁਭਾ ਕਹੇ ਨੇ, ਇਹਨਾਂ ਦੇ ਬੋਲ ਤੇ ਅਟਲ ਨੇ। ਦ੍ਰਿੜ ਨਿਸ਼ਚੈ ਧਾਰ ਇਸੇ ਪ੍ਰਕਾਰੀ, ਕਰਤ ਸ਼ਿਖਰ ਨਕ ਨਾਥੇ ਉਤਾਰੀ। ਔਰ ਬੀਬੀ ਭਾਨੀ ਜੀ ਦਾ ਵਿਸ਼ਵਾਸ ਵੀ ਪੱਕਾ ਸੀ, ਦ੍ਰਿੜ। ਕਹਿੰਦੇ ਦ੍ਰਿੜ ਨਿਸ਼ਚੈ ਧਾਰ ਇਸੇ ਪ੍ਰਕਾਰੀ, ਸਾਰਾ ਕੁਝ ਸਮਝ ਕੇ ਬੀਬੀ ਭਾਨੀ ਨੇ ਪੱਕੇ ਭਰੋਸੇ ਦੇ ਨਾਲ ਨੱਕ ਦੇ ਵਿੱਚ ਨੱਥ ਪਾਈ ਸੀ, ਉਹ ਉਤਾਰ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਰੱਖ ਦਿੱਤੀ। ਔਰ ਦੇਖੋ ਇਹ ਜਿਹੜੇ ਗਹਿਣੇ ਨੇ ਪਹਿਲੋਂ ਪਾਏ ਜਾਂਦੇ ਸਨ। ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਦੋ ਗਹਿਣੇ ਬੰਦ ਕੀਤੇ ਨੇ ਜੀ। ਭਾਵੇਂ ਕਿਹਾ ਜਾਂਦਾ ਪਰ ਨੱਕ ਛੇਦਕ ਤੇ ਕੰਨ ਛੇਦਕ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਖੰਡੇ ਬਾਟੇ ਦੀ ਪੌੜ ਦਿੱਤੀ, ਉਦੋਂ ਵਿਸ਼ੇਸ਼ ਤੌਰ ਤੇ ਹੁਕਮ ਕੀਤਾ ਸੀ ਬੀਬੀਆਂ ਨੇ ਨੱਕ ਛੇਦਕ ਤੇ ਕੰਨ ਛੇਦਕ ਇਹ ਗਹਿਣੇ ਨਹੀਂ ਪਾਉਣੇ। ਪਰ ਪਹਿਲੋਂ ਕਿਉਂਕਿ ਪਾਏ ਜਾਂਦੇ ਸਨ, ਬੀਬੀ ਭਾਨੀ ਜੀ ਨੇ ਉਹ ਨੱਕ ਦੇ ਵਿੱਚੋਂ ਨੱਥ ਉਤਾਰ ਕੇ, ਜੋ ਸਮਝਿਆ ਜਾਂਦਾ ਸੀ ਕਿ ਸੁਹਾਗਣ ਦੀ ਨਿਸ਼ਾਨੀ ਹੈ, ਉਹ ਗੁਰੂ ਸਾਹਿਬ ਦੇ ਚਰਨਾਂ 'ਚ ਰੱਖ ਦਿੱਤੀ। ਸ੍ਰੀ ਗੁਰ ਪਿਤ ਕੇ ਧਰੀ ਆਕਾਰੀ, ਹਾਥ ਜੋਰ ਮੁਖ ਬਿਨੈ ਉਚਾਰੀ। ਗੁਰੂ ਪਿਤਾ ਦੇ ਅੱਗੇ ਉਹ ਨੱਥ ਰੱਖ ਕੇ ਹੱਥ ਜੋੜ ਕੇ ਬੇਨਤੀ ਕਰਕੇ ਬੀਬੀ ਭਾਨੀ ਜੀ ਕਹਿੰਦੇ ਨੇ, ਪ੍ਰਭੂ ਜੀ ਅਪਰਕਾਰ ਕਿਆ ਕਰਹੂੰ, ਜੇ ਵਿਦਵਾ ਕੇ ਧਰਮ ਸੋ ਧਰਹੂੰ। ਕਿ ਗੁਰੂ ਪਿਤਾ ਜੀ ਜੇ ਤੁਹਾਡੀ ਆਗੇ ਇਸੇ ਤਰ੍ਹਾਂ ਦਾ ਹੁਕਮ ਇਸੇ ਤਰ੍ਹਾਂ ਦਾ ਹੈ ਤੇ ਫਿਰ ਮੈਂ ਹੋਰ ਕਰ ਵੀ ਕੀ ਸਕਣਾ ਹੈ। ਜਿਵੇਂ ਆਪ ਜੀ ਦਾ ਹੁਕਮ ਹੈ ਭਾਣਾ ਹੀ ਮੰਨਣਾ। ਜੋ ਵਿਧਵਾ ਦੇ ਕਰਮ ਨੇ ਫਿਰ ਵਿਧਵਾ ਬਣ ਕੇ ਜੀਵਨ ਗੁਜ਼ਾਰਾਂਗੇ। ਸੁਣ ਸਿਰੇ ਸਤਿਗੁਰੂ ਬਾਕ ਬਖਾਨੇ, ਹੈ ਪੁੱਤਰੇ ਸੁਣ ਸੁਮਤ ਮਹਾਨੇ। ਇਹ ਸੁਣ ਕੇ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਨੇ ਬਚਨ ਕੀਤੇ। ਔਰ ਇਸ ਤੋਂ ਪਹਿਲਾਂ ਬੀਬੀ ਭਾਨੀ ਨੇ ਇੱਕ ਗੱਲ ਹੋਰ ਕਹੀ ਕਿ ਜਾਂ ਤੇ ਵਿਧਵਾ ਵਾਲਾ ਜੀਵਨ ਬਤੀਤ ਕਰਾਂਗੀ
ते जां किदू चिता के ऊपर चर हूँ, जर कर पत के संग सिदर हूँ। ते जां जिवें अज तक हुंदा सी सती प्रथा चलती सी, पर इस तो पहलों धन गुरु अमरदास जी के चरणों में जो अकबर बादशाह आया सी, ये गुरु साहब जी ने बड़ा वड्डा परोपकार किया सी कि बादशाह जमीनां नहीं चाहिए, पिंड नहीं चाहिए, जो कुछ देना ही चाहना तो ये दे के जा कानून बना। ये जी सती प्रथा चलती है, ये बच्चियां सड़ सड़ के चिखा के मरदियां ने, कानून बना के अज तो बाद कोई चिखा सड़ेगी नहीं, कोई सड़ेगा नहीं धक्के नाल। इस तरह किया जाता सी कि उन्होंने किसी न किसी तरह का कोई नशा पाया जाता सी कि अग दे विच सड़न लग्या भी परवाह न करो, फिर उच्चे उच्चे ढोल वजाए जाते सन कि जिउंदे विच सड़दे ने चीकां मारनी, इन्दी चीकां की आवाज़ बाहर सुनाई ना दे। और ये बीबी भानी जी कहते हैं कि जां तो फिर चिता दे विच उस चिता दे विच सड़ के मैं भी उन्होंने नाल ही चली जावांगी। जो तुम आज्ञा होए सो कर हूँ, निश्चय मरो सो हृदय विचर हूँ। सतगुरु गुरु पिता जी जिवें आप जी का हुक्म होवे, आज्ञा होवे, मैं तो उस तरह करने लई तैयार हाँ। जे हुक्म होवे तो विधवा वाला जीवन जिउण लई तैयार है, हुक्म होवे तो चिता दे विच सड़ के नाल ही उन्होंने जान लई भी तैयार है। सुन सिरे सतगुर बाग बखाने, हे पुत्रे सुन सुमत महाने। ये सुन के गुरु पिता ने फिर वचन किए, कहने लगे धीए पुत्र तू बड़ी सियाणी है, तो मेरी गल ध्यान दे नाल सुन। तन को राख भजो जगदीश, अब मैं करूँ तुम बख्शीश। कि धीए तन इवें अपने आप कदे नहीं छड्डना, तन नूं रखना है। ये रब ने परमेश्वर ने बंदगी करने वास्ते शरीर दिता है, जिन्हों धन गुरु अर्जन देव जी कहते हैं, आप रोज़ पढ़ते हैं कि भई प्राप्त मानुक देहुरिया। तो जे पूछा सतगुरु जी ये देहुरिया भई कहते नहीं, मिले कहते नहीं, तो धन गुरु अर्जन देव जी कहते हैं गोबिंद मिलन की यह तेरी बरी है। धन गुरु अमरदास जी कहते हैं धीए इस शरीर को नहीं छड्डना, शरीर को रखना है। तन को राख भजो जगदीश, भजन करना है, बंदगी करनी है। और नाल गुरु साहब जी कहते हैं अब मैं करूँ तुम बख्शिश, कि धीए हुण मैं तुहाडे उत्ते एक बख्शिश करांगा। रामदास के बैय बनाही, पूर्ण अवध आज दिन माही। धन गुरु अमरदास जी कहते हैं धीए कि रामदास जी की उम्र जिहड़ी है वो अज दे दिन पूरी हुई है, अज का दिन ही है। जिन्नी रब ने परमेश्वर ने उम्र लिखी सी वो पूरी हो गई है। तिन जीवन को आने उपाय, नहीं होत निश्चय इम ल्याए। सतगुरु कहते होर जीवन होर दिन वो जिंदगी जी सकन, जीवन करके शरीर करके होर जीवन बतीत कर सकन। ये होर तो हुण कोई उपाय नहीं, रब का परमेश्वर का हुक्म इस तरह का है। पर अपन आरबल अब मैं देवूँ, हित परलोक गमन शुभ लेवूँ। पर धीए हुण मैं अपनी कुछ बची हुई उम्र जिहड़ी है वो रामदास नूं दे के आप परलोक गमन कर जावांगा। जाना अज ही है, रामदास जी की थां ते असीं जावांगे। और क्योंकि गुरु समर्थ ने, जे गुरु का इतिहास सुनने हाँ, गुरु के चरणों में आके शीश नवाने हैं, तो साडी फिर श्रद्धा भरोसा इन्ना होना चाहिए है कि जिथे किताबां पढ़ के ज्ञान मिलता है, 2 तो 2 4 ही होंदे ने, कोई शक नहीं, 2 तो 2 4 ही होंदे ने। पर जो गुरु ते भरोसा रखना हो फिर 2 तो 2 5 भी हो सकते हैं। गुरु चाहे तो 2 तो 2 22 भी बना सकता है, तो जे गुरु चाहे 2 तो 2 0 भी कर सकता है। कहने तो पाव गुरु कुछ भी कर सकता है। जे आप पढ़ते हैं कि इन्ना समर्थ है, धरती ते आकाश चढ़ावे, चढ़े आकाश गिरावे, वो सब कुछ कर सकता है। फिर इन्नी भावना, इन्ना कुछ यकीन सिख का होना चाहिए है।
ਸਤਿਗੁਰੂ ਜੀ ਕਹਿੰਦੇ ਨੇ ਅਸੀਂ ਪਰਲੋਕ ਜਾਵਾਂਗੇ, ਆਪਣੀ ਸਰੀਰ ਦੀ ਆਰਬਲਾ ਰਾਮਦਾਸ ਨੂੰ ਦੇ ਦਿੰਦੇ ਆ। ਇਮ ਕਹਿ ਰਾਮਦਾਸ ਬੁਲਵਾਇਬ, ਨਿਕਟ ਪਠਾਏ ਭਲੇ ਸਮਝਾਇਬ। ਇਸ ਤਰ੍ਹਾਂ ਕਹਿ ਕੇ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਨੇ ਭਾਈ ਬੱਲੂ ਨੂੰ ਆਵਾਜ਼ ਮਾਰੀ ਕਿ ਭਾਈ ਬੱਲੂ ਰਾਮਦਾਸ ਜੀ ਨੂੰ ਬੁਲਾ ਕੇ ਲਿਆਓ। ਧੰਨ ਗੁਰੂ ਰਾਮਦਾਸ ਜੀ ਆਏ, ਗੁਰੂ ਅਮਰਦਾਸ ਦੇ ਚਰਨਾਂ 'ਚ ਨਮਸਕਾਰ ਕੀਤੇ। ਸਤਿਗੁਰੂ ਜੀ ਨੇ ਬੜੇ ਸਤਿਕਾਰ ਦੇ ਨਾਲ ਕੋਲ ਬਿਠਾਇਆ ਤੇ ਫਿਰ ਇਸ ਤਰ੍ਹਾਂ ਸਮਝਾ ਕੇ ਬਚਨ ਕਹੇ, ਹੇ ਸੁਤ ਤੇਰੇ ਅਵਦ ਬਿਤਾਈ, ਮੈਂ ਅਬ ਜਾਣ ਲੈਨ ਅਬ ਗਵਾਈ। ਸਤਿਗੁਰੂ ਜੀ ਕਹਿੰਦੇ ਨੇ ਰਾਮਦਾਸ ਹੈ ਪੁੱਤਰ, ਤੇਰੀ ਉਮਰ ਪੂਰੀ ਹੋ ਗਈ, ਸਰੀਰ ਦੀ ਬੀਤ ਗਈ ਹੈ। ਮੈਂ ਅੱਗੇ ਅੱਜ ਪਹਿਲੋਂ ਇਸ ਗੱਲ ਨੂੰ ਜਾਣ ਲਿਆ, ਸਮਝ ਲਿਆ, ਔਰ ਅੱਜ ਦਾ ਦਿਨ ਅਖੀਰਲਾ ਦਿਨ ਹੈ। ਇੱਕ ਸਤ ਸੰਮਤ 8 ਰੋ ਚਾਰੀ, ਆਰਬਲਾ ਹਮਰੇ ਤਨ ਸਾਰੀ। ਸਤਿਗੁਰੂ ਜੀ ਕਹਿੰਦੇ ਨੇ ਮੇਰੀ ਉਮਰ 112 ਵਰਸ ਦੀ ਸੀ, ਸਾਰੀ 112 ਸਾਲ ਦੀ। ਪਰ ਅਬ ਖੱਟ ਬਰਖ 11 ਮਾਸ, ਕਿਉਸ਼ ਅਸ਼ਟ 10 ਸ਼ੇਸ਼ ਰਹਾਸ। ਪਰ ਹੁਣ ਇਹਨਾਂ ਦੇ ਵਿੱਚੋਂ 6 ਸਾਲ 11 ਮਹੀਨੇ ਤੇ 18 ਦਿਨ ਇਹ ਬਾਕੀ ਦੇ ਰਹਿੰਦੀ ਉਮਰ ਜਿਹੜੀ ਹੈ। ਸੋ ਆਪਣੇ ਹਮ ਤੁਮ ਕੋ ਦੇਨਸ, ਪ੍ਰੇਮ ਭਗਤ ਮੈਂ ਲੀਨ ਪ੍ਰਬੀਨਸ। ਇਹ ਸਾਰੀ ਉਮਰ ਹੁਣ ਤੁਹਾਨੂੰ ਦਿੰਦਾ। ਭਗਤੀ ਦੇ ਰੰਗ ਦੇ ਵਿੱਚ ਭਿੱਜ ਕੇ, ਪ੍ਰੇਮ ਦੇ ਵਿੱਚ ਭਿੱਜ ਕੇ ਤੁਸੀਂ ਸੇਵਾ ਇੰਨੀ ਕੀਤੀ ਹੈ ਕਿ ਤਕਰੀਬਨ 11 ਸਾਲ ਕਹਿ ਲਈਏ। 6 ਸਾਲ 11 ਮਹੀਨੇ ਤੇ ਕੁਝ ਦਿਨ ਜਿਹੜੀ ਹੈ ਇਹ ਉਮਰ ਰਹਿੰਦੀ ਤੁਹਾਨੂੰ ਦੇ ਦਿੱਤੀ। ਔਰ ਦੇਖੋ ਇੱਥੇ ਭਾਵੇਂ ਕਵੀ ਸੰਤੋਖ ਸਿੰਘ ਜੀ ਨੇ 112 ਸਾਲ ਲਿਖਿਆ, ਹੋ ਸਕਦਾ ਲਿਖਣ 'ਚ ਭੁਲੇਖਾ ਲੱਗ ਗਿਆ ਹੋਵੇ, ਪਰ 102 ਸਾਲ ਹੈ। ਕਿਉਂਕਿ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਸਰੀਰਕ ਆਰਬਲਾ ਜਦੋਂ ਆਪਾਂ ਗਿਣਤੀ ਕਰਨੇ ਹਾਂ ਤਾਂ 95 ਸਾਲ ਦੀ ਉਮਰ ਹੈ। 95 ਸਾਲ ਦੇ ਵਿੱਚ ਜੋਤੀ ਜੋਤ ਸਮਾਏ ਸਨ। 7 ਸਾਲ ਹੋਰ ਨਾਲ ਉਹ 102 ਸਾਲ ਬਣਦੀ ਹੈ। ਤੋਹੇ ਮੋਹੇ ਮੈਂ ਭੇਦ ਨਾ ਰਹਿਓ, ਇੱਕ ਸਰੂਪਤਾ ਦੋਨੋਂ ਲਹਿਓ। ਨਾਲ ਹੀ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਪੁੱਤਰ ਰਾਮਦਾਸ ਜੀ ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਭੇਦ ਰਿਹਾ ਨਹੀਂ। ਜੋਤ ਇੱਕ ਹੀ ਹੈ, ਸਰੂਪ ਇੱਕ ਹੀ ਹੈ। ਸਰੀਰ ਭਾਵੇਂ ਦੋ ਨੇ ਪਰ ਫਰਕ ਕੋਈ ਨਹੀਂ। ਜਲ ਕੋ ਭਰਿਓ ਹੋਤ ਘਟ ਜੈਸੇ, ਪਰੈ ਉਦਤ ਲਹੈ ਇਕਤਾ ਤੈਸੇ। ਬਸ ਇੰਨਾ ਕੁ ਫਰਕ ਹੈ, ਜਿਵੇਂ ਪਾਣੀ ਦਾ ਜਲ ਦਾ ਘੜਾ ਭਰਿਆ ਹੋਵੇ ਤੇ ਭਰਿਆ ਹੋਇਆ ਪਾਣੀ ਦਾ ਘੜਾ ਜੇ ਸਮੁੰਦਰ 'ਚ ਪਾ ਦਈਏ ਤੇ ਬਾਅਦ 'ਚ ਕੋਈ ਨਹੀਂ ਕਹਿ ਸਕਦਾ ਕਿ ਘੜੇ ਵਾਲਾ ਪਾਣੀ ਕਿਹੜਾ ਤੇ ਸਮੁੰਦਰ ਵਾਲਾ ਕਿਹੜਾ ਹੈ। ਬਸ ਇਸੇ ਤਰ੍ਹਾਂ ਤੁਸੀਂ ਮੇਰੇ ਵਿੱਚ ਮਿਲ ਗਏ ਹੋ, ਸਾਡਾ ਤੇ ਤੁਹਾਡਾ ਇੱਕੋ ਹੀ ਰੂਪ ਹੈ। ਤਿਮ ਸਰੂਪ ਮੇਰੋ ਇੱਕ ਹੋਵਾ, ਕਿਉਂ ਭੇਦ ਪਰੇ ਨਹਿ ਜੋਵਾ। ਜਿਵੇਂ ਪਾਣੀ ਸਮੁੰਦਰ 'ਚ ਮਿਲ ਕੇ ਪਾਣੀ ਦਾ ਰੂਪ ਹੋ ਜਾਂਦਾ, ਤੁਸੀਂ ਮੇਰੇ ਵਿੱਚ ਮਿਲ ਕੇ ਮੇਰਾ ਰੂਪ ਹੋ ਗਏ। ਇਸ ਕਰਕੇ ਕਿਉਂ ਭੇਦ ਪਰੇ ਨਹਿ ਜੋਵਾ, ਕੋਈ ਭੇਦ ਨਹੀਂ ਪਛਾਣ ਸਕਦਾ, ਕੋਈ ਫਰਕ ਨਹੀਂ ਕਰ ਸਕਦਾ। ਪ੍ਰੇਮ ਭਗਤ ਅਸ ਤੁਮ ਉਰ ਬਸੇ, ਬਸੇ ਕੇਨ ਮੋਕੋ ਕਰ ਜਿਸੇ। ਕਹਿੰਦੇ ਪੁੱਤਰ ਤੁਹਾਡੇ ਅੰਦਰ ਪ੍ਰੇਮਾ ਭਗਤੀ ਵਸੀ ਐਸੀ ਸੀ ਕਿ ਉਹ ਪ੍ਰੇਮਾ ਭਗਤੀ ਕਰਕੇ ਤੁਸੀਂ ਮੈਨੂੰ ਆਪਣੇ ਵਸ ਵਿੱਚ ਕਰ ਲਿਆ। ਕੇਵਲ ਇਸ ਕਰਕੇ ਨਹੀਂ ਕਿ ਉਹ ਜਵਾਈ ਹੈ, ਪਹਿਲੋਂ ਬੇਨਤੀ ਕੀਤੀ ਜਵਾਈ ਤੇ ਵੱਡਾ ਭਾਈ ਰਾਮਾ ਵੀ ਹੈ, ਪੁੱਤਰ ਵੀ ਨੇ, ਇੱਕ ਧੀ ਹੋਰ ਵੀ ਹੈ। ਪਰ ਜਿਨ੍ਹਾਂ ਨੇ ਸੇਵਾ ਕੀਤੀ, ਸੇਵਾ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਤੁਸੀਂ ਵਸ ਵਿੱਚ ਕਰ ਲਿਆ। ਪਿਕ ਪੱਲੂ ਦਿਸ ਆਇਸ ਦੇਨ, ਦੇਨ ਮਨਾ ਜਿਨ ਸਭ ਸੁਣ ਲੀਨ। ਇਹਨੇ ਬਚਨ ਕਹਿੰਦੇ ਆ ਸਤਿਗੁਰੂ ਜੀ ਨੇ ਭਾਈ ਬੱਲੂ ਵੱਲ ਦੇਖਿਆ, ਭਾਈ ਬੱਲੂ ਨੂੰ ਆਗਿਆ ਦਿੱਤੀ, ਹੁਕਮ ਕੀਤਾ। ਪਰ ਭਾਈ ਬੱਲੂ ਜਿਹੜਾ ਸੀ ਉਹ ਮਨ ਭਰ ਆਇਆ ਕਿ ਇੰਨੇ ਸਾਲ ਤੋਂ ਧੰਨ ਗੁਰੂ ਅਮਰਦਾਸ ਜੀ ਦੀ ਸੇਵਾ ਹਰ ਵੇਲੇ 24 ਘੰਟੇ ਕਰਦੇ ਸਨ, ਹਰ ਵੇਲੇ ਤਿਆਰ ਰਹਿੰਦੇ ਸਨ ਕਿ ਕਦੋਂ ਹੁਕਮ ਕਰਨ, ਕਿਹੜੀ ਸੇਵਾ ਕਹਿਣ ਤੇ ਮੈਂ ਕਰਾਂ।
ਲੀਨ ਪ੍ਰੇਮ ਮਨ ਜਹੇ ਪ੍ਰਬੀਨ, ਬੀਨ ਨਲੇਰ ਲੇਹੋ ਸ਼ੁਭ ਚੀਨ। ਭਾਈ ਬੱਲੂ ਜੀ ਜਿਨ੍ਹਾਂ ਦੇ ਅੰਦਰ ਪ੍ਰੇਮ ਬੜਾ ਸੀ, ਅੱਖਾਂ ਭਰ ਰਹੀਆਂ, ਔਰ ਗੁਰੂ ਸਾਹਿਬ ਨੇ ਹੌਸਲਾ ਵੀ ਦਿੱਤਾ। ਸਤਿਗੁਰੂ ਜੀ ਕਹਿੰਦੇ ਨੇ ਭਾਈ ਬੱਲੂ ਜਾਓ, ਕੋਈ ਚੰਗਾ ਜਿਹਾ ਨਾਰੀਅਲ ਵੇਖ ਕੇ ਚੰਗਾ ਜਿਹਾ ਲੈ ਕੇ ਆਓ। ਕਰੋ ਸ਼ਿਕਰ ਆਨੋ ਮੁਝ ਪਾਸੇ, ਪਾਸੇ ਜਮਨਾ ਹੈ ਸਦਾ ਨਿਰਾਸੀ। ਨਾਲ ਹੀ ਸਤਿਗੁਰੂ ਜੀ ਨੇ ਭਾਈ ਬੱਲੂ ਤੇ ਇੱਕ ਬਖਸ਼ਿਸ਼ ਹੋਰ ਕਰ ਦਿੱਤੀ। ਭਾਈ ਬੱਲੂ ਤੇ ਤਾਂ ਬਖਸ਼ਿਸ਼ ਪਹਿਲਾਂ ਵੀ ਕੀਤੀ ਸੀ, ਬ੍ਰਹਮ ਦਾ ਗਿਆਨ ਦਿੱਤਾ ਸੀ। ਸਤਿਗੁਰੂ ਜੀ ਕਹਿੰਦੇ ਨੇ ਭਾਈ ਬੱਲੂ ਛੇਤੀ ਜਾਓ, ਤੈਨੂੰ ਜੰਮ ਦੀ ਫਾਹੀ ਨਹੀਂ ਪਏਗੀ। ਤੂੰ ਸਦਾ ਆਸਾ ਤੋਂ ਰਹਿਤ ਰਿਹਾ ਹੈ, ਨਿਰਾਸ਼ ਰਿਹਾ ਹੈ। ਕਿਸੇ ਤਰ੍ਹਾਂ ਦੀ ਆਸਾ ਮਨਸਾ ਤੈਨੂੰ ਰੋਕ ਨਹੀਂ ਸਕੇਗੀ, ਬੰਨ ਨਹੀਂ ਸਕੇਗੀ। ਰਾਸੇ ਸੁਖ ਪ੍ਰਾਪਤ ਅਬਨਾਸੀ, ਨਾਸੀ ਹੰਤਾ ਵਿਸੈ ਉਦਾਸੀ। ਭਾਈ ਬੱਲੂ ਤੇਰੇ ਤਨ ਦੇ ਹੰਤਾ ਤੋਂ ਦੂਰ ਕਰ ਲਈ, ਨਸ ਕੇ ਹੰਕਾਰ ਅੰਦਰੋਂ ਕੱਢ ਦਿੱਤਾ ਹੈ, ਵਿਸ਼ਿਆਂ ਦੇ ਅੰਦਰੋਂ ਨਾਸ ਕਰ ਦਿੱਤਾ। ਸਾਰੇ ਸੁੱਖਾਂ ਦੀ ਤੈਨੂੰ ਪ੍ਰਾਪਤੀ ਹੈ। ਤੇਰਾ ਲੋਕ ਤੇ ਸੁਖੀ ਅਸੀਂ, ਪਰ ਲੋਕ ਵੀ ਸਹੇਲਾ ਹੋ ਗਿਆ ਹੈ। ਰਾਮਦਾਸ ਕਰਵਾਓ ਇਸ਼ਨਾਨਾ, ਨਾਨਾ ਬਸਤਰ ਆਨ ਦੁਤਵਾਨਾ। ਸਤਿਗੁਰੂ ਜੀ ਕਹਿੰਦੇ ਨੇ ਭਾਈ ਬੱਲੂ ਜੀ ਮਨ ਨਹੀਂ ਭਰਨਾ, ਅੱਖਾਂ ਨਹੀਂ ਭਰਨੀਆਂ। ਪਿਆਰ ਦੇ ਨਾਲ ਜਿਵੇਂ ਸਾਨੂੰ ਇਸ਼ਨਾਨ ਕਰਾਉਂਦੇ ਸੋ ਅੱਜ ਰਾਮਦਾਸ ਜੀ ਨੂੰ ਕਰਵਾਓ। ਨਾਨਾ ਬਸਤਰ ਆਣ ਦੁਤਵਾਨਾ, ਸੋਹਣੇ ਬਸਤਰ ਲਿਆਓ। ਉਹ ਬਸਤਰ ਲਿਆਓ ਜਿਹੜੇ ਭਾਈ ਪਾਰੂ ਜੀ ਨੇ ਕੱਲੇ ਸਨ। ਪਹਿਰਾਵੋ ਨਹਿ ਦੇਰ ਲਗਾਵੋ, ਗਾਵੋ ਸ਼ਬਦ ਆਨੰਦ ਉਪਜਾਵੋ। ਸਤਿਗੁਰੂ ਕਹਿੰਦੇ ਨੇ ਭਾਈ ਬੱਲੂ ਜੀ ਆਨੰਦ ਗਾਉਣਾ ਹੈ। ਆਨੰਦ ਦੀ ਬਾਣੀ ਪੜ੍ਹਨੀ ਨਹੀਂ, ਇਕੱਲੀ ਆਨੰਦ ਨੂੰ ਗਾਉਣਾ ਵੀ ਹੈ, ਆਨੰਦ ਦੇ ਵਿੱਚ ਰਹਿਣਾ ਵੀ ਹੈ। ਤੇ ਇਹ ਸਾਰੇ ਕੰਮ ਛੇਤੀ ਕਰੋ। ਪਹਿਰਾਵੋ ਨਹਿ ਦੇਰ ਲਗਾਓ, ਬਸਤਰ ਬਣਵਾ ਕੇ ਪਾਓ, ਸੋਹਣੇ ਬਸਤਰ ਬਣਵਾਓ ਪਾਓ, ਤੇ ਦੇਰ ਨਹੀਂ ਲਾਉਣੀ। ਅਪਰ ਸੋਜ ਤਿਆਰੀ ਕਰਦੇ ਦੇਹ ਤਜਨ ਕੋ ਸਮਾਂ ਲਖੇ। ਇੱਧਰ ਤੇ ਭਾਈ ਬੱਲੂ ਨੂੰ ਇਹ ਕੰਮ ਕਿਹਾ ਕਿ ਨਾਰੀਅਲ ਲਿਆਓ, ਇਸ਼ਨਾਨ ਕਰਾਓ, ਕੱਪੜੇ ਪਵਾਓ, ਦੇਰ ਨਹੀਂ ਲਾਓ। ਤੇ ਨਾਲ ਹੀ ਭਾਈ ਬੱਲੂ ਨੇ ਇੱਕ ਡਿਊਟੀ ਹੋਰ ਲਾ ਦਿੱਤੀ ਵੀ ਸਾਰੀ ਸਮੱਗਰੀ ਦੂਜੀ ਵੀ ਤਿਆਰ ਕਰੋ। ਸਾਡੇ ਸਰੀਰ ਦਾ ਸਮਾਂ ਵੀ ਆ ਗਿਆ ਹੈ, ਉਹ ਵੀ ਗੱਲ ਚੰਗੀ ਤਰ੍ਹਾਂ ਸਮਝ ਲਓ। ਕਿਸੇ ਨੂੰ ਕਹਿ ਕੇ ਉਹ ਵੀ ਕੰਮ ਨਾਲ ਦੇ ਨਾਲ ਹੀ ਕਰਵਾਓ। ਸੁਣ ਕਰ ਬੱਲੂ ਇਮ ਗੁਰ ਜੀ ਤੇ, ਜੀਤੇ ਮਨ ਇੰਦਰੇ ਜਨ ਨੀਤੇ। ਕਹਿੰਦੇ ਗੁਰੂ ਸਾਹਿਬ ਜੀ ਤੋਂ ਇਹ ਬਚਨ ਸੁਣ ਕੇ, ਹੁਕਮ ਸੁਣ ਕੇ, ਉਹ ਭਾਈ ਬੱਲੂ ਜੀ ਜੀਤੇ ਮਨ ਇੰਦਰ ਜਨ ਨੀਤੇ। ਜਿਹੜੇ ਭਾਈ ਬੱਲੂ ਜੀ ਨੇ ਆਪਣੇ ਮਨ ਨੂੰ ਜਿੱਤ ਲਿਆ ਸੀ, ਆਪਣੇ ਇੰਦਰੀਆਂ ਨੂੰ ਜਿੱਤ ਲਿਆ ਸੀ, ਜਿਹੜਾ ਇੰਦਰੀ ਜੀਤ ਬਣ ਚੁੱਕਿਆ ਸੀ। ਸਤਿਗੁਰੂ ਜੀ ਦਾ ਹੁਕਮ ਮੰਨਿਆ। ਅਸ ਸ੍ਰੀ ਰਾਮਦਾਸ ਤਿਸ ਬਾਰ, ਬਾਰ ਬਿਮਲ ਤੇ ਮਜਤ ਚਾਰ। ਇਸੇ ਤਰ੍ਹਾਂ ਧੰਨ ਗੁਰੂ ਰਾਮਦਾਸ ਜੀ ਨੂੰ ਨਿਰਮਲ ਜਲ ਦੇ ਨਾਲ ਇਸ਼ਨਾਨ ਕਰਵਾਇਆ ਗਿਆ। ਚਾਰ ਪਦਾਰਥ ਜਿਨ ਦਰਬਾਰ, ਬਾਰ ਬਿਹੀਨ ਪਾਏ ਸੰਸਾਰ। ਉਹ ਧੰਨ ਗੁਰੂ ਰਾਮਦਾਸ ਜੀ ਜਿਨ੍ਹਾਂ ਦੇ ਦਰਬਾਰ ਦੇ ਵਿੱਚ ਅੱਜ ਵੀ ਚਾਰ ਪਦਾਰਥ ਮੌਜੂਦ ਨੇ। ਕਹਿੰਦੇ ਕਿਸੇ ਦੇਰੀ ਤੋਂ ਬਗੈਰ ਸਭ ਕੁਝ ਉਹਨਾਂ ਨੇ ਪ੍ਰਾਪਤ ਕੀਤਾ। ਬੱਲੂ ਆਨੇ ਬਸਤਰ ਨਵੀਨ, ਪਹਿਰਾਏ ਸੁਖਮ ਦੁੱਤ ਪੀਨ। ਗੁਰੂ ਸਾਹਿਬ ਦੇ ਹੁਕਮ ਅਨੁਸਾਰ ਕਹਿੰਦੇ ਭਾਈ ਬੱਲੂ ਜੀ ਨੇ ਉਹ ਸੋਹਣੇ ਬਸਤਰ ਆਂਦੇ ਨਵੇਂ। ਉਹ ਬਸਤਰ ਸਨ ਜਿਹੜਾ ਭਾਈ ਪਾਰੂ ਜੀ ਜਾਣ ਲੱਗਿਆ, ਸਰੀਰ ਛੱਡਣ ਲੱਗਿਆ, ਗੁਰੂ ਸਾਹਿਬ ਦੀ ਭੇਟਾ ਕਰਕੇ ਗਿਆ ਸੀ। ਧੰਨ ਗੁਰੂ ਰਾਮਦਾਸ ਜੀ ਨੂੰ ਆਪ ਇਸ਼ਨਾਨ ਕਰਵਾਇਆ, ਉਹ ਬਸਤਰ ਭਾਈ ਬੱਲੂ ਜੀ ਨੇ ਪਵਾਏ। ਸ੍ਰੀ ਸਤਿਗੁਰੂ ਜੀ ਅਮਰ ਕਿਰਪਾਲੂ, ਪ੍ਰੇਮ ਸਹਿਤ ਸਨਮਾਨ ਵਿਸਾਲੂ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾਲੂ ਸਤਿਗੁਰੂ ਜੀ ਬੜੇ ਪ੍ਰੇਮ ਦੇ ਨਾਲ ਧੰਨ ਗੁਰੂ ਰਾਮਦਾਸ ਜੀ ਦਾ ਬੜਾ ਸਨਮਾਨ ਕੀਤਾ। ਕਰ ਸੋ ਪਕਰ ਆਪਣੇ ਥਾਨ, ਬੈਠਾਰੇ ਕਹਿ ਕਿਰਪਾ ਨਿਧਾਨ। ਧੰਨ ਗੁਰੂ ਅਮਰਦਾਸ ਜੀ ਨੇ ਸ਼੍ਰੀ ਰਾਮਦਾਸ ਜੀ ਦਾ ਹੱਥ ਫੜਿਆ, ਹੱਥ ਫੜ ਕੇ ਆਪ ਆਪਣੇ ਥਾਂ ਤੇ ਬਿਠਾਇਆ। ਭਾਲ ਵਿਸਾਲ ਸੋ ਤਿਲਕ ਨਿਕਾਸਿਓ,
ਤਿਸ ਤੇ ਮਹਿਦ ਪ੍ਰਕਾਸ਼ ਪ੍ਰਕਾਸ਼ਿਓ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਹੱਥਾਂ ਦੇ ਨਾਲ ਤਿਲਕ ਲਾਇਆ। ਜਿਹੜੇ ਮੱਥੇ ਤੇ ਤਿਲਕ ਲਾਇਆ, ਅੱਜ ਵੱਡਾ ਪ੍ਰਕਾਸ਼ ਉੱਥੋਂ ਨਿਕਲਿਆ। ਅਸਲ ਵਿੱਚ ਇਹ ਤਿਲਕ ਜਿਹੜਾ ਸੀ, ਇਹ ਬਾਣੀ ਦਾ ਤਿਲਕ ਸੀ, ਇਹ ਸ਼ਬਦ ਦਾ ਤਿਲਕ ਸੀ। ਭਾਵੇਂ ਕਵੀ ਸੰਤੋਖ ਸਿੰਘ ਨੇ ਚਲੋ ਇੱਥੇ ਤਿਲਕ ਕੋਈ ਸੰਦੂਰ ਵਾਲੇ ਲਿਖਿਆ ਹੋਵੇਗਾ, ਪਰ ਬਾਬਾ ਸੁੰਦਰ ਜੀ ਨੇ ਪਾਵਨ ਬਚਨ ਬਾਣੀ ਦੇ ਵਿੱਚ ਵੀ ਲਿਖੇ ਨੂੰ ਵਿਚਾਰ ਆਪਾਂ ਗੱਲ ਕਰਾਂਗੇ। ਇਹ ਸੁੰਦਰ ਤਿਲਕ ਜਿਹੜਾ ਹੈ ਬਾਣੀ ਦਾ ਲਾਇਆ ਹੈ, ਆਪਣੀ ਥਾਂ ਤੇ ਬਿਠਾਇਆ। ਤੇ ਗੁਰਤਾ ਗੱਦੇ ਜਦੋਂ ਦਿਵਸ ਆਉਂਦਾ, ਫੋਟੋਆਂ ਸਾਨੂੰ ਵਿਖਾਈਆਂ ਜਾਂਦੀਆਂ ਨੇ ਕਿ ਕਿਤੇ ਬੜਾ ਸੋਹਣਾ ਸਿੰਘਾਸਨ ਹੋਵੇ, ਸੱਜਿਆ ਹੋਵੇ, ਗੁਰੂ ਸਾਹਿਬ ਜੀ ਉਹਦੇ ਤੇ ਬੈਠੇ ਨੇ। ਇਸ ਸਿੰਘਾਸਨ ਦਾ ਮਤਲਬ ਕੋਈ ਕੁਰਸੀ ਨਹੀਂ, ਕੋਈ ਮੰਜਾ ਜਾਂ ਪਲੰਗ ਨਹੀਂ, ਆਪਣੇ ਥਾਂ ਤੇ ਆਪਣੀ ਜ਼ਿੰਮੇਵਾਰੀ ਦੇ ਕੇ ਚੱਲੇ ਨੇ। ਉਹ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਕੇ ਚੱਲੇ ਨੇ ਕਿ ਇਹ ਜੋ ਪ੍ਰਚਾਰ ਪ੍ਰਸਾਰ ਅਸੀਂ ਕੀਤਾ, ਅੱਜ ਤੋਂ ਤੁਸੀਂ ਕਰਨਾ ਹੈ। ਔਰ ਗੁਰੂ ਨਾਨਕ ਸਾਹਿਬ ਜੀ ਦਾ ਸਿੰਘਾਸਨ ਆਪ ਜੀ ਸਭ ਨੂੰ ਪਤਾ ਹੈ, ਆਮ ਇੱਕ ਵਾਣ ਦੀ ਮੰਜੀ ਤੇ ਬੈਠੇ ਹੁੰਦੇ ਸਨ, ਉੱਤੇ ਕੱਪੜਾ ਵੀ ਵਿਛਾਇਆ ਨਹੀਂ ਤੇ ਨਾ ਸੀ। ਸਿੰਘਾਸਨ ਦਾ ਮਤਲਬ ਇੱਥੇ ਰਾਜੇ ਮਹਾਰਾਜਾ ਵਾਲੀ ਕੋਈ ਕੁਰਸੀ ਨਹੀਂ ਸੀ, ਸਤਿਗੁਰੂ ਜੀ ਨੇ ਆਪ ਬਿਠਾਇਆ ਹੈ। ਸਭ ਕੋ ਪ੍ਰੇਰਕ ਨਿਤ ਬਿਨ ਲਿਪਿਓ, ਭਾਲ ਵਿਸਾਲ ਕਾਲ ਤਿਸ ਦਿਪਿਓ। ਕਹਿੰਦੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਜੀ ਦੇ ਪਹਿਲੋਂ ਬੜੀ ਕਿਰਪਾ ਕੀਤੀ ਸੀ। ਭਾਲ ਵਿਸਾਲ ਕਾਲ ਤਿਸ ਦਿਪਿਓ, ਜਿਨ੍ਹਾਂ ਦੇ ਮੱਥੇ ਦੇ ਉੱਤੇ ਇੰਨੀ ਵਿਸ਼ੇਸ਼ ਚਮਕ ਪਹਿਲਾਂ ਹੀ ਸੀ, ਕਿਰਪਾ ਗੁਰੂ ਸਾਹਿਬ ਦੀ ਪਹਿਲਾਂ ਹੀ ਸੀ। ਚੋਰੀ ਬਿਕੈ ਨਾਰੀਅਰ ਪਾਇਵ, ਤੀਨ ਲੋਕ ਸੁਆਮੀ ਸੋ ਬਣਾਇਵ। ਉਸ ਧੰਨ ਗੁਰੂ ਰਾਮਦਾਸ ਜੀ ਦੇ ਝੋਲੀ ਦੇ ਵਿੱਚ ਗੁਰੂ ਅਮਰਦਾਸ ਜੀ ਨੇ ਆਪ ਆਪਣੇ ਹੱਥਾਂ ਦੇ ਨਾਲ ਉਹ ਨਾਰੀਅਲ ਪਾਇਆ। ਨਾਰੀਅਲ ਨਹੀਂ ਪਾਇਆ, ਉਹ ਤਿੰਨਾਂ ਲੋਕਾਂ ਦਾ ਮਾਲਕ ਧੰਨ ਗੁਰੂ ਰਾਮਦਾਸ ਜੀ ਨੂੰ ਬਣਾ ਦਿੱਤਾ। ਪੁਨ ਬੱਲੂ ਸੋ ਕੀਨ ਬਖਾਣ, ਮੋਹਨ ਅਪਰ ਮੋਹਰੀਆਣ। ਹੁਣ ਜਦੋਂ ਧੰਨ ਗੁਰੂ ਅਮਰਦਾਸ ਜੀ ਨੇ ਉਹ ਨਾਰੀਅਲ ਝੋਲੀ ਦੇ ਵਿੱਚ ਪਾਇਆ, ਆਪਣੇ ਹੱਥਾਂ ਦੇ ਨਾਲ ਤਿਲਕ ਲਾਇਆ, ਉਹਦੇ 'ਤੇ ਵਿਦਵਾਨ ਲਿਖਦੇ ਨੇ ਕਿ ਧੰਨ ਗੁਰੂ ਰਾਮਦਾਸ ਜੀ ਦੇ ਅੱਖਾਂ ਦੇ ਵਿੱਚ ਉਦੋਂ ਜਲ ਸੀ। ਔਰ ਵੈਸੇ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਦੇ ਜਲ ਅੱਖਾਂ ਦੇ ਵਿੱਚ ਹਰ ਵੇਲੇ ਰਹਿੰਦੇ ਸੀ, ਪਰ ਅੱਜ ਉਹ ਜਲ ਅੱਖਾਂ ਦੇ ਥਣੀ ਬਾਹਰ ਵੀ ਆਇਆ। ਤੇ ਜਦੋਂ ਧੰਨ ਗੁਰੂ ਅਮਰਦਾਸ ਜੀ ਪੁੱਛਦੇ ਨੇ ਕਿ ਅੱਜ ਤੇ ਤੁਸੀਂ ਗੁਰਤਾ ਗੱਦੀ ਤੇ ਬੈਠੇ ਹੋ, ਧੰਨ ਗੁਰੂ ਨਾਨਕ ਸਾਹਿਬ ਜੀ ਜੋਤ ਤੁਹਾਡੇ ਅੰਦਰ ਹੈ, ਤੇ ਅੱਖਾਂ ਕਿਉਂ ਭਰੀਆਂ, ਅੱਖਾਂ 'ਚ ਜਲ ਕਿਉਂ ਹੈ? ਔਰ ਜਦੋਂ ਕਿਉਂ ਸ਼ਬਦ ਪੁੱਛਿਆ ਹੈ, ਉੱਥੇ ਧੰਨ ਗੁਰੂ ਰਾਮਦਾਸ ਜੀ ਦਾ ਪਾਵਨ ਬਚਨ ਆਪਾਂ ਮੰਗਲਾਚਰਨ ਵਿੱਚ ਵੀ ਪੜ੍ਹਦੇ ਹਾਂ ਤਕਰੀਬਨ। ਉੱਥੇ ਧੰਨ ਗੁਰੂ ਰਾਮਦਾਸ ਜੀ ਨੇ ਹੱਥ ਜੋੜ ਕੇ ਕਿਹਾ ਕਿ ਏਡੀ ਵੱਡੀ ਪਦਵੀ, ਏਡੀ ਉੱਚੀ ਥਾਂ ਤੇ ਤੁਸੀਂ ਬਿਠਾਇਆ ਹੈ, ਤੇ ਜੋ ਕੁਝ ਮੇਰੇ ਜੀਵਨ ਵਿੱਚ ਹੋਇਆ ਵਾਪਰਿਆ, ਨਾ ਕੋਈ ਮਾਂ, ਨਾ ਕੋਈ ਪਿਓ, ਨਾ ਭੈਣ, ਨਾ ਭਰਾ, ਨਾ ਕੋਈ ਸਾਗ ਸੰਬੰਧੀ। ਉੱਥੇ ਪਾਵਨ ਸ਼ਬਦ ਦੇ ਵਿੱਚ ਕਿਹਾ ਗਿਆ ਕਿ ਮੇਰੀ ਮਾਂ ਵੀ ਤੂੰ, ਮੇਰਾ ਪਿਓ ਵੀ ਤੂੰ, ਸਖਾ ਵੀ ਤੂੰ, ਬੰਧਕ ਵੀ ਤੂੰ। ਤੇ ਅਖੀਰ ਤੇ ਜਾ ਕੇ ਪਾਵਨ ਬਚਨ ਕਹੇ ਸਨ ਕਿ ਸਤਿਗੁਰੂ ਜੀ ਕਹਿ ਕੇ ਦੱਸਾ ਸਾਰਾ ਕੁਝ ਜਾਣਦੇ ਕਿ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮਹਰ ਜਾਣੋ ਆਪੇ। ਸਾਰਾ ਕੁਝ ਜਾਣਦੇ ਹੋ ਕਿ ਕਿਵੇਂ ਜਿਹੜੇ ਸ਼ਰੀਕ ਨੇ, ਰਿਸ਼ਤੇਦਾਰ ਨੇ, ਦਰਵਾਜ਼ੇ ਬੰਦ ਕਰ ਲਏ ਸਨ ਕਿ ਕਿਤੇ ਸਾਡੇ ਘਰ ਨਾ ਆ ਜਾਏ। ਲਾਹੌਰ ਤੋਂ ਬਾਹਰ ਨਿਕਲ ਲੱਗਿਆ, ਕਿਸੇ ਨੇ ਦਰਵਾਜ਼ਾ ਖੋਲ੍ਹ ਕੇ ਦੇਖਿਆ ਤੱਕ ਨਹੀਂ ਸੀ ਕਿ ਜੇ ਚੱਲਿਆ ਤੇ ਚੱਲਿਆ ਕਿੱਥੇ ਹੈ। ਇਹ ਸਾਰਾ ਤੁਸੀਂ ਜਾਣਦੇ ਹੋ ਕਿ ਜੋ ਹਮਰੀ ਬਿਦ ਹੋਤੇ ਮੇਰੇ ਸਤਿਗੁਰਾ, ਸਾਬਿਦ ਤੁਮਹਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਲਾਹੌਰ ਦੀਆਂ ਗਲੀਆਂ 'ਚ ਵੀ ਰੁੜ ਕੇ ਵੇਖ ਲਿਆ, ਕਿਸੇ ਚਾਚੇ ਨੇ, ਕਿਸੇ ਤਾਏ ਨੇ, ਕਿਸੇ ਸੋਢੀ ਨੇ ਬਾਤ ਨਹੀਂ ਸੀ ਪੁੱਛੀ, ਭਾਵੇਂ ਬਾਅਦ ਵਿੱਚ ਉਹ ਮਾਲਕ ਬਣ ਕੇ ਵੀ ਆ ਗਏ ਸਨ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ,
ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਅਸੀਂ ਤੇ ਕੀੜੇ ਮਕੌੜਿਆਂ ਦੀ ਤਰ੍ਹਾਂ ਰੋਲਦੇ ਸਾਂ। ਪਰ ਗੁਰੂ ਦੇ ਸੰਗਤ ਕੀਤੇ ਸਤਿਗੁਰ ਜੀ ਤੁਹਾਡੇ ਚਰਨਾਂ ਵਿੱਚ ਆਇਆ, ਤੁਸੀਂ ਐਡਾ ਵੱਡਾ ਥਾਪ ਦਿੱਤਾ, एडी वड्डी पातशाही बख्श दी। जो हमरे बिद होती मेरे सतगुरा, साबिद तुम हर जानो आपे। हम रुलते फिरते कोई बात न पूछता, गुर सतगुर संग कीरे हम थापे। ते हथ जोड़ के कहते ने धन धन गुरु नानक जन केरा। जित मिले चुके सब सोग संतापे। जिन्होंने मिलते वो सारे सोग सारे संताप सारे दुख ही भुल गए, सारे खत्म कर देते। सतगुरु धन गुरु रामदास जी कहते हैं, सतगुरु जी ये जल ये पानी अखां दे विचों प्यार दा है, ये तुहाडे दित्ती हुई असीस दा है। उत्थे सतगुरु धन गुरु अमरदास जी ने भाई बल्लू ने फिर हुक्म भी किया, कहते भाई जाओ जाके हुण बुला के लियाओ। पुन बल्लू सो कीन बखान, मोहन अपर मोहरियाण। के जाओ साडे पुत्रा नूं बुला के लियाओ, मोहन नूं बुला के लियाओ, मोहरी नूं लियाओ बुला के। सब संगत आवे इस काल, दास सिखे छोटो सो विसाल। भाई सारी संगत को भी आवाज़ मार के छेती नाल बुला दिओ। गोविंदवाल साहब दे विच भी सुनेहा भेज दिओ। नगर दे विच जिन्ने दास ने सिख ने सेवक ने छोटे ने वड्डे ने, उन्हां सारे नूं सुनेहा भेजो। मेरो हुक्म सुनावण करिए, सकल हकारो बिल्म प्रहरिए। भाई बल्लू जी मेरा हुक्म सारे नूं सुना दिओ कि धन गुरु रामदास जी को गुरता गद्दी दे दी है, असी शरीर छड्ड के जाना है। सकल हकारो बिलम पर हरिए, देर छड्ड के छेती दे नाल सब नूं बुला के लियाओ। तोरण पटे बुलावण ठाने, जय जय जिन के हुते ठिकाने। भाई बल्लू ने जिन्ने गुरु घर दे विच सेवक सन सिख सन सारे नूं आवाज़ मार के इकट्ठा किया और सारे नूं कह दिता कि जाओ भी जिथे जिथे टिकाने ने, जिथे जितों तक तुहाडी पहुँच है, सब नूं बुला के लियाओ, सब नूं जाके सुनेहा दिओ। सुन सुन सब मैं रौरा परियो, चाहे गुरु प्यानो करियो। सारे ने जदों सुनिया और हैरान करने वाली जदों खबर सारे ने सुनी कि गुरु साहब जी चाहते हैं धन गुरु अमरदास से असीं शरीर छड्ड जाना है, असीं ज्योति ज्योत समा जाना है। रामदास सतगुरु बनाए, बिस्मत बात सुनत चले आए। ये हैरान कर देने वाली खबर सुनी कि गुरु साहब जी ने शरीर छड्डना है। धन गुरु रामदास जी को गुरु बना दिता है, अपने थां तो उन्होंने बिठा दिता है। ये खबर सुनते हैं नाले सिख दौड़ दौड़ के आते हैं। भाई बुढ़े यादक सारे पहुँचे सिख आए गुरुद्वारे। भाई बुढ़ा साहब जी वर्गे आदि सिख होर सारे सिख उत्ते पहुँचे ने, गुरु घर दे विच आए ने। दोनों पुत्र आए तत्काल, जब पूर्ण भई सभा विसाल। कहते जदों संगतां दे नाल पूरी सभा भर गई, संगतां दे इकट्ठ हो गया, उदों धन गुरु अमरदास सच्चे पातशाह जी के दोवें पुत्र बाबा मोहन जी ते बाबा मोहरी जी भी आए ने। फिर अगे जिवें गुरु साहब जी ने सब नूं उपदेश देना, जो कृपा करनी है वो आप कल विचारांगे समय के मुताबिक। इतनी बेनती प्रवान करनी जो हुई भुलों की खिमा। आओ एक दो मिनट होर रसना के नाल हाजरी लवाइए, फिर समाप्ति है जी। वाहेगुरु 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 वाहेगुरु। वाहेगुरु
ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ।